पर बेमौसमी राग ਜਿਹੜੇ ਹੈ ਕਹਿੰਦੇ ਵਕਤ ਕੁੰਜੀ ਲੂੰਬੜੀ ਗਾਵੇ ਆਲ ਪਤਾਲ ਉਹ ਪੂਰੇ ਜੋਸ਼ ਔਰ ਪੂਰੇ ਜਨੂਨ ਦੇ ਨਾਲ ਕੰਮ ਕਰਦੇ ਜੋ ਵੀ ਕੰਮ ਕਰਦੇ ਲੇਕਿਨ ਉਹ ਆਪਣਾ ਦਾਇਰਾ ਵਧਾ ਨਹੀਂ ਪਾ ਰਹੇ ਔਰ ਅਗਰ ਪੰਜਾਬ ਦੇ ਵਿੱਚ ਕੋਈ ਵੱਡਾ ਖੇਲ ਹੋਏਗਾ ਇਲੈਕਸ਼ਨ ਤੋਂ 5 ਜਾਂ 6 ਮਹੀਨੇ ਪਹਿਲਾਂ ਉਹ ਪਤਾ ਖੁੱਲੇਗਾ। ਪੰਚਾਇਤ ਕਿਸਾਨੀ ਤੇ ਪੇਂਡੂ ਸੱਭਿਆਚਾਰ ਨੂੰ ਸਮਰਪਿਤ ਪੰਚਾਇਤਨਾਮਾ ਵਿੱਚ ਤੁਹਾਡਾ ਫਿਰ ਹਾਰਦਿਕ ਸਵਾਗਤ ਜੀ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਤੇ ਜਿਵੇਂ ਆਪਾਂ ਜਾਣਦੇ ਹਾਂ ਕਿ ਸਿਆਸਤ ਸਾਡਾ ਸਾਰਿਆਂ ਦਾ ਮਨਪਸੰਦ ਵਿਸ਼ਾ ਹੁੰਦਾ ਤੇ ਜਦੋਂ ਸਾਡੇ ਕੋਲ ਹੋਰ ਕੋਈ ਗੱਲਬਾਤ ਕਰਨ ਵਾਸਤੇ ਨਹੀਂ ਹੁੰਦੀ ਤੇ ਸਿਆਸਤ ਸਾਡੇ ਜਿਹੜੇ ਵਿਸ਼ੇ ਦੇ ਵਿੱਚ ਆ ਜਾਂਦੀ ਹੈ। ਤੇ ਅੱਜ ਅਸੀਂ ਉਸੇ ਤੁਹਾਡੇ ਮਨਪਸੰਦ ਵਿਸ਼ੇ ਉੱਤੇ ਗੱਲ ਕਰਨ ਜਾ ਰਹੇ ਹਾਂ ਤੇ ਅੱਜ ਆਪਾਂ ਜਾਣਾਂਗੇ ਅਰਜੁਨ ਸ਼ਰਮਾ ਜੀ ਕੋਲੋਂ ਕਿ ਪੰਜਾਬ ਦੇ ਸਿਆਸੀ ਸਮੀਕਰਨਾਂ ਦਾ ਜਿਹੜਾ ਊਠ ਹੈ ਉਹ ਕਿਸ ਰੁੱਖ ਬੈਠਦਾ ਨਜ਼ਰ ਆ ਰਿਹਾ। ਹਾਂਜੀ ਸ਼ਰਮਾ ਜੀ, ਕੀ ਹਾਲਾਤ ਬਣਦੇ ਜਾ ਰਹੇ ਜੀ ਇਸ ਵੇਲੇ ਦੇ ਜੋ ਹਾਲਾਤ ਨੇ ਉਹਨਾਂ ਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਪੰਜਾਬ ਇਲੈਕਸ਼ਨ ਦੇ ਬਹੁਤ ਨਜ਼ਦੀਕ ਹੈ ਜੀ। ਅਸੀਂ ਇਸ ਵੇਲੇ ਸਤੰਬਰ ਮਹੀਨੇ 'ਚ ਪ੍ਰਵੇਸ਼ ਕੀਤਾ 2020 ਹੈ ਜੀ। 22 ਚ ਵੋਟਾਂ 22 'ਚ ਵੋਟਾਂ ਕਰੀਬ ਵੱਧ ਤੋਂ ਵੱਧ 1.5 ਸਾਲ ਔਰ 22 ਦੇ ਵਿੱਚ ਵੀ ਕੀ ਜਨਵਰੀ ਦੇ ਵਿੱਚ ਹੀ ਹੈ ਜੀ। ਇਸ ਕਰਕੇ ਅਸੀਂ 22 ਨੂੰ 22 ਨਾ ਮੰਨਦੇ ਹੋਏ ਜੀ ਜੀ 11 ਐਂਡ ਸਾਲ ਸਵਾ ਸਾਲ ਦਾ ਸਮਾਂ ਹੈ ਔਰ ਇਸ ਸਾਲ ਸਵਾ ਸਾਲ ਦੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸੀ ਜ਼ਮੀਨ ਤੇ 6-7 ਤਰ੍ਹਾਂ ਦੀਆਂ ਸਬਜ਼ੀਆਂ ਲੱਗੀਆਂ ਨਜ਼ਰ ਆ ਰਹੀਆਂ। ਅੱਛਾ ਜੀ। ਹਰ ਸਬਜ਼ੀ ਦੀ ਹਾਂ ਆਪਣੀ ਆਪਣੀ ਮਿਠਾਸ ਵੀ ਹੈ ਤੇ ਆਪਣੀ ਆਪਣੀ ਕੜਵਾਹਟ ਵੀ ਹੈ ਜੀ। ਆਪਣੇ ਕਿਰਦਾਰ ਨੂੰ ਲੈ ਕੇ ਜੀ, ਆਪਣੇ ਚਾਲ ਚਲਨ ਨੂੰ ਲੈ ਕੇ ਜੀ, ਆਪਣੀ ਜਨਤਾ ਛਵੀ ਨੂੰ ਲੈ ਕੇ ਬਹੁਤ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਮੀਕਰਨਾਂ ਜਿਹੜੀਆਂ ਉਹ ਪੰਜਾਬ ਕਹਿਣ ਦਾ ਭਾਵ ਕਿ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਸਬਜ਼ੀ ਆ ਅਲੱਗ-ਅਲੱਗ ਤਰ੍ਹਾਂ ਦੀ ਤਸਵੀਰ ਲੈ ਕੇ ਉਹਨੂੰ ਮਤਲਬ ਪੇਸ਼ ਕਰਨ ਦੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਹੈ ਤੇ ਉਹ ਜਿਹੜੀ ਪੱਕ ਰਹੀ ਆ ਸਬਜ਼ੀ ਉਹ ਕਿਸ ਤਰ੍ਹਾਂ ਪੱਕ ਰਹੀ ਆ ਥੋੜਾ ਉਹਦਾ ਅੰਦਾਜ਼ਾ ਆਪਾਂ ਗੱਲ ਕਰਦੇ ਹਾਂ ਤੇ ਸਮਝਦੇ ਇੱਕ ਪਾਰਟੀ ਮੇਰੇ ਖਿਆਲ ਲੈ ਕੇ ਆਪਾਂ ਉਹਦੇ ਉੱਤੇ ਆਪਾਂ ਗੱਲ ਕਰੀਏ। ਤੇ ਸਭ ਤੋਂ ਪਹਿਲਾਂ ਕਿਹੜੀ ਪਾਰਟੀ ਤੇ ਗੱਲ ਕਰਨੀ ਚਾਹੋਗੇ ਜੀ? ਸਭ ਤੋਂ ਪਹਿਲਾਂ ਜਿਹੜੀ ਸੱਤਾ 'ਚ ਹੈ ਕਾਂਗਰਸ ਪਾਰਟੀ। ਠੀਕ ਹੈ ਜੀ। ਕਾਂਗਰਸ ਪਾਰਟੀ ਨੂੰ ਬਹੁਤ ਸਾਲਾਂ ਬਾਅਦ ਪੂਰਾ ਬਹੁਮਤ ਅੱਗੇ ਪਹਿਲਾਂ ਮਿਲਦਾ ਵੀ ਸੀ ਤੇ ਖਿੱਚ ਧੂ ਕੇ ਆਸ-ਪਾਸ ਹੀ ਪਹੁੰਚਦੇ ਸੀ ਜੀ, ਲੇਕਿਨ ਐਤਕੀ ਬਹੁਮਤ ਨਾਲੋਂ ਸੀਟਾਂ ਵੱਧ ਮਿਲੀਆਂ ਜੀ। ਲਗਭਗ 20 ਦੇ ਆਸ-ਪਾਸ ਵੱਧ ਮਿਲੀਆਂ ਸੀਟਾਂ ਔਰ ਇਹ ਆਸ ਕੀਤੀ ਜਾਂਦੀ ਸੀ ਜੀ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਔਰ ਤਲਵੰਡੀ ਸਾਬੋ ਵਿੱਚ ਦਮਦਮਾ ਸਾਹਿਬ ਗੁਰਦੁਆਰਾ ਦੇ ਸਾਹਮਣੇ ਜੀ ਈਸ਼ਵਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੀ ਇੱਕ ਸਹੁੰ ਖਾਧੀ ਸੀ ਕਿ ਮੈਂ 7 ਦਿਨਾਂ 'ਚ ਨਸ਼ਾ ਖਤਮ ਕਰ ਦਿਆਂਗਾ ਜੀ। 4 ਹਫ਼ਤਿਆਂ 'ਚ ਸ਼ਾਇਦ 7 ਹਫ਼ਤੇ ਲਾ ਲਓ ਜੀ 4 ਨੂੰ ਛੱਡੋ 7 ਲਾ ਲਓ ਜੀ। ਨਸ਼ਾ ਖਤਮ ਕਰ ਦਿਆਂਗਾ। ਰੇਤ ਬਜਰੀ ਦੀ ਜਿਹੜੀ ਸਮਗਲਿੰਗ ਹੋ ਰਹੀ ਹੈ ਉਹਨੂੰ ਰੋਕਾਂਗਾ। ਜਿਹੜੀ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਦੇ ਰੁਜ਼ਗਾਰ ਦਾ ਇੰਤਜ਼ਾਮ ਕਰਾਂਗਾ ਜੀ। ਬਹੁਤ ਸਾਰੇ ਵਾਅਦੇ ਕੀਤੇ ਹਾਂਜੀ ਔਰ ਉਹ ਇੱਕ ਐਸਾ ਇੱਕੋ ਹੀ ਸੈਗਮੈਂਟ ਸੀ ਜਿਹਨੇ ਪੰਜਾਬ ਦੇ ਸਾਰੇ ਸਿਆਸੀ ਸਮੀਕਰਨ ਉਸ ਵੇਲੇ ਦੇ ਪਲਟ ਕੇ ਰੱਖ ਦਿੱਤੇ ਜੀ। ਉਸ ਵੇਲੇ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਹੁਤ ਵੱਡੀ बढ़त ਲੈ ਕੇ ਅੱਗੇ ਆ ਸਕਦੀ ਹੈ ਜੀ। ਲੇਕਿਨ ਕੁਝ ਉਹਨਾਂ ਦੇ ਲੀਡਰਾਂ ਦੀਆਂ ਉਣਤਾਈਆਂ ਲੈ ਲਓ ਜੀ, ਕੁਝ ਉਹਨਾਂ ਦੀਆਂ ਇਹੋ ਜਿਹੀਆਂ ਹਰਕਤਾਂ ਲੈ ਲਓ ਜਿਹੜੀ ਸਾਲ 'ਚ ਸਵਾ ਸਾਲ ਪਹਿਲਾਂ ਤੋਂ ਹਵਾ ਬਣਦੀ ਆ ਰਹੀ ਸੀ ਹਾਂਜੀ ਉਹ ਆਖਰੀ 2 ਮਹੀਨਿਆਂ 'ਚ ਆ ਕੇ ਉਹਨਾਂ ਨੇ ਹਵਾ ਸਾਰੀ ਆਪ ਹੀ ਖਰਾਬ ਕਰ ਦਿੱਤੀ। ਔਰ ਕਾਂਗਰਸ ਪਾਰਟੀ ਦਾ ਇਹ ਸਟ੍ਰੈਟਜਿਕ ਤਰੀਕਾ ਜਿਹੜਾ ਸੀ ਗੁਟਕਾ ਸਾਹਿਬ ਵਾਲਾ ਇਹਨੇ ਬਾਜੀ ਜਿਹੜੀ ਸੀ ਉਹ ਲਗਭਗ ਪਲਟ ਛੱਡੀ ਕਿਉਂਕਿ ਅਕਾਲੀ ਦਲ ਖੇਲ 'ਚ ਹੀ ਨਹੀਂ ਸੀ, ਰੇਸ ਵਿੱਚ ਹੀ ਨਹੀਂ ਸੀ ਔਰ ਅਕਾਲੀ ਦਲ ਦਾ ਤੀਜੇ ਨੰਬਰ ਤੇ ਆਉਣਾ ਤੈਅ ਸੀ। ਉਹ ਹੋਇਆ ਵੀ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਕਾਫੀ ਬੈਕ ਹੁੰਦੇ ਸੀ ਉਹ ਸਾਰਾ ਕੁਝ ਉਸ ਵੇਲੇ ਚੱਲ ਰਿਹਾ ਸੀ ਜੀ। ਔਰ ਉਹ ਕਹਿੰਦੇ ਨੇ ਆਪ ਤਾਂ ਮਰਿਆ ਬਾਹਮਣਾ ਜਜਮਾਨ ਵੀ ਗਾਲੇ ਜੀ। ਉਹ ਨਾਲ ਬੀਜੇਪੀ ਵਾਲਿਆਂ ਨੂੰ ਲੈ ਬੈਠੇ ਜੀ। ਠੀਕ ਹੈ ਨਾ, ਉਹਨਾਂ ਦੀ ਉਸ ਨੈਗੇਟਿਵ ਜਿਹੜੀ ਪਰਸੈਪਸ਼ਨ ਸੀ ਉਹਦੀ ਵਜ੍ਹਾ ਨਾਲ ਬੜੇ ਐਸੇ ਅੱਛੇ ਲੋਕ ਜਿਨ੍ਹਾਂ ਨੇ ਭਾਜਪਾ ਦੇ ਵਿਧਾਇਕ ਹੁੰਦੇ ਬਹੁਤ ਚੰਗੇ ਔਰ ਉਸਾਰੂ ਕੰਮ ਕੀਤੇ ਸੀ ਜੀ, ਉਹ ਵੀ ਬਹੁਤ ਵੱਡੀ ਸੰਖਿਆ ਦੀ ਮਤਲਬ ਕਿ ਮਾਰਨਾ ਤਾਬ ਨਾਲ ਚੱਲਦੇ ਹੋਏ 30-35 ਹਜ਼ਾਰ ਵੋਟ ਤੋਂ ਹਾਰੇ ਸੀ ਜੀ। ਕਾਂਗਰਸ ਦੀ ਸਰਕਾਰ ਆ ਗਈ। ਸਰਕਾਰ ਆਉਣ ਤੋਂ ਬਾਅਦ ਇਹਨਾਂ ਨੇ ਜੋ ਤਾਂ ਰੂਟੀਨ ਚੱਲਦੀ ਸੀ ਚੱਲਣ ਦਿੱਤੀ। ਸਪੈਸ਼ਲੀ ਕਾਂਗਰਸ ਸਰਕਾਰ ਦੀ ਐਕਟਿਵ
ਫੇਸ ਜਿਹੜਾ ਸੀਗਾ ਉਹ ਕਿਤੇ ਨਜ਼ਰ ਨਹੀਂ ਆਇਆ ਜੀ। ਮਹਾਰਾਜਾ ਆਪਣੀ ਉਸੇ ਹੀ ਰਾਜਸੀ ਅੰਦਾਜ਼ ਦੇ ਵਿੱਚ ਵਿਚਰੇ ਮੀਨਸ ਕਿ ਨਹੀਂ ਵਿਚਰੇ। ਰਾਜਸੀ ਅੰਦਾਜ਼ ਵਿਚਰਨ ਦਾ ਮਤਲਬ ਹੋਇਆ ਜੀ ਕਿ ਪਬਲਿਕ ਵਿੱਚ ਨਹੀਂ ਵਿਚਰੇ ਜੀ। ਪਾਰਟੀ ਦਾ ਕੋਈ ਬਹੁਤ ਜ਼ਿਆਦਾ ਐਗਰੈਸਿਵ ਫੇਸ ਨਹੀਂ ਸਾਹਮਣੇ ਆਇਆ ਜਿੱਥੇ ਪਬਲਿਕ ਤੱਕ ਇਹ ਮੈਸੇਜ ਜਾਂਦਾ ਹੋਵੇ ਕਿ ਪਾਰਟੀ ਨੇ ਕੁਝ ਕੀਤਾ ਵੈ ਜਾਂ ਕੁਝ ਕੀਤੀ ਜਾਂਦੀ ਜਾਂ ਮਤਲਬ ਜਨਤਾ ਦੀਆਂ ਉਮੀਦਾਂ ਦੇ ਖਰੀ ਉਤਰੀ ਹੈ ਜਿਹੀ ਕੋਈ ਭਾਵਨਾ ਜਿਹੜੀ ਨਹੀਂ ਬਣ ਸਕੀ। ਐਸਾ ਲਗਭਗ ਕੁਝ ਨਹੀਂ ਹੋਇਆ ਜੀ। ਇਸ ਲਈ ਇਹ ਜਿਹੜੇ ਇਲੈਕਸ਼ਨ ਆਨੇ ਆ ਜੀ, ਇਹਨਾਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਬੁਰੀ ਸਥਿਤੀ 'ਚ ਖੜੀ ਅੱਜ ਨਜ਼ਰ ਆਉਂਦੀ ਪਈ। ਅੱਛਾ, ਕਾਂਗਰਸ ਦੀ ਗੱਲ ਕਰਦੇ ਹਾਂ ਤੇ ਇੱਥੇ ਨਾਲ ਸਿੱਧੂ ਸਾਹਿਬ ਦੀ ਵੀ ਗੱਲ ਵੀ ਹੋ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਹੋਣੀ ਬੜਾ ਐਕਟਿਵਲੀ ਭਾਗ ਲੈ ਰਹੇ ਸੀਗੇ ਪੰਜਾਬ ਦੀ ਸਿਆਸਤ ਵਿੱਚ। ਉਹਨਾਂ ਦੀ ਸੀਐਮ ਜਾਂ ਡਿਪਟੀ ਸੀਐਮ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਚਰਚਾ ਜਿਹੜੀ ਚੱਲਦੀ ਰਹਿੰਦੀ ਹੈ ਤੇ ਉਹਨਾਂ ਦਾ ਇਸ ਵੇਲੇ ਜਿਹੜਾ ਰੁਖ ਢੰਗ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਨਾਂ ਦਾ ਰੁਖ ਢੰਗ ਜਿਹੜਾ ਹੈ ਉਹ 'ਚ ਕਿੱਦਾਂ ਦਾ ਬਦਲਾਅ ਆਇਆ ਜਿੱਥੋਂ ਲੋਕੀ ਤਾਂ ਹੈਰਾਨ ਹੈ ਹੋਣਗੇ, ਉਹਨਾਂ ਦੇ ਘਰ ਵਾਲੇ ਵੀ ਹੈਰਾਨ ਹੈ। ਅੱਛਾ। ਜਿਹੜਾ ਬੰਦਾ ਇੱਕ ਦਿਨ 'ਚ 10 ਸਟੇਟਮੈਂਟਾਂ ਤੋਂ ਘੱਟ ਦਿੰਦਾ ਸੀ ਤੇ ਉਹਨੂੰ ਰੋਟੀ ਨਹੀਂ ਸੀ ਪਚਦੀ, ਉਹ ਪਿਛਲੇ 10-12 ਮਹੀਨਿਆਂ ਤੋਂ ਖਾਮੋਸ਼ ਹੋ ਕੇ ਬੈਠਾ। ਹਾਂ, ਕੁਝ ਨਹੀਂ ਬੋਲ ਰਿਹਾ। ਕੀ ਲੱਗਦਾ ਕੀ ਕਾਰਨ ਹੋ ਸਕਦਾ ਪਿੱਛੇ? ਕਾਰਨ ਦੇਖੋ, ਬੀਜੇਪੀ ਛੱਡੀ, ਇਸ ਗੱਲ ਕਰਕੇ ਛੱਡਦੀ ਕਿ ਅਕਾਲੀਆਂ ਨਾਲ ਤੋੜ ਵਿਛੋੜਾ ਕਰੋ। ਉਹ ਇੱਕ ਸਿਆਸੀ ਨਾ ਸਮਝੀ ਸੀ ਇਹਨਾਂ ਦੀ, ਕਿਉਂਕਿ ਇਹ ਜਿਹੜੇ ਸਟ੍ਰੈਟਜੀ ਦੇ ਫੈਸਲੇ ਹੈ ਉਹ ਇੱਕ ਵਿਅਕਤੀ ਦੇ ਵਿਚਾਰਾਂ ਜਾਂ ਉਹਦੇ ਜਜ਼ਬਾਤਾਂ ਨੂੰ ਦੇਖਦੇ ਹੋਏ ਨਹੀਂ ਲੈ ਜਾਂਦੇ। ਇਹ ਜਿਹੜੇ ਗੱਠਜੋੜ ਦੀ ਰਾਜਨੀਤੀ ਹੈ ਨਾ, ਇਹਦੇ ਪਿੱਛੇ ਬਹੁਤ ਸਾਰੀਆਂ ਹੋਰ ਚੀਜ਼ਾਂ ਹੁੰਦੀਆਂ, ਬਹੁਤ ਸਾਰੇ ਫੈਕਟਰਸ ਹੁੰਦੇ ਆ ਜੀ। ਔਰ ਬੀਜੇਪੀ ਨੇ ਕੱਢਿਆ ਨਹੀਂ ਸੀ ਇਹਨਾਂ ਨੂੰ, ਇਹ ਆਪ ਹੀ ਛੱਡ ਕੇ ਗਏ ਜੀ। ਉਸ ਤੋਂ ਬਾਅਦ ਕਾਂਗਰਸ 'ਚ ਆ ਗਏ। ਬੜਾ ਮਤਲਬ ਕਿ ਹੈਰਾਨ ਕਰ ਦੇਣ ਵਾਲਾ ਇਹ ਫੈਸਲਾ ਸੀ ਕਿ ਜਿਸ ਕਾਂਗਰਸ ਨੂੰ ਇੱਕ ਕੋਸ ਕੇ ਮਰ ਗਏ, ਜਿਨ੍ਹਾਂ ਨੂੰ ਇਹ ਪੀ ਕੇ ਪਾਣੀ ਗਾਲਾਂ ਕੱਢਦੇ ਹੁੰਦੇ ਸੀ, ਉਹਨਾਂ ਦੀ ਝੋਲੀ 'ਚ ਬੈਠ ਕੇ ਜਾ ਕੇ ਉਹਨਾਂ ਨੇ ਵੀ ਰੱਜ ਕੇ ਇਸਤੇਮਾਲ ਕੀਤਾ ਇਹਨਾਂ ਦਾ। ਮਤਲਬ ਜਿਨ੍ਹਾਂ ਬਾਰੇ ਖਾਸ ਤੌਰ ਤੇ ਸਰਦਾਰ ਮਨਮੋਹਨ ਸਿੰਘ ਬਾਰੇ ਜਿੱਦਾਂ ਇਹਨਾਂ ਦੀਆਂ ਟਿੱਪਣੀਆਂ ਹੁੰਦੀਆਂ ਸੀ ਕਿ ਸਰਦਾਰ ਹੈ ਪਰ ਅਸਰਦਾਰ ਨਹੀਂ, ਤੇ ਉੱਥੇ ਜਾ ਕੇ ਕਹਿਣ ਲੱਗੇ ਸਰਦਾਰ ਵੀ ਹੈ ਤੇ ਅਸਰਦਾਰ ਵੀ ਹੈ। ਮਤਲਬ ਬਿਲਕੁਲ ਉਲਟਾ ਜਿਹੜਾ ਉਹ ਸਾਬਤ ਕਰ ਰਿਹਾ ਸੀ। ਜਿਹੜੀਆਂ ਚੀਜ਼ਾਂ ਸੀ ਉਹਦੀ ਵਜ੍ਹਾ ਨਾਲ ਨਵਜੋਤ ਸਿੰਘ ਸਿੱਧੂ ਦੀ ਪੋਲੀਟੀਕਲ ਸੀਰੀਅਸਨੈਸ ਜਿਹੜੀ ਸੀ ਨਾ, ਉਹ ਕਾਇਮ ਨਹੀਂ ਰਹੀ। ਉੱਤੇ ਮਤਲਬ ਸਵਾਲੀਆ ਨਿਸ਼ਾਨ ਲੱਗ ਗਿਆ। ਸਵਾਲੀਆ ਨਿਸ਼ਾਨ ਲੱਗ ਜੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਜਾ ਕੇ ਮੰਤਰੀ ਬਣਾਤੇ ਗਏ, ਐਕਟਿਵ ਹੋਏ, ਪਰ ਜਿਨ੍ਹਾਂ ਲੋਕਾਂ ਨੇ ਇੱਕ ਕਲਚਰ ਹੋਵੇ ਜਿਨ੍ਹਾਂ ਦਾ ਕਿ ਵਾਅਦੇ ਕਰਕੇ ਸੀਟ ਲੈ ਲੈਣੀ ਹੈ, ਵਾਅਦੇ ਕਰਕੇ ਸੱਤਾ ਲੈ ਲੈਣੀ ਹੈ, ਪਰ ਬਦਲਣਾ ਕੱਖ ਨਹੀਂ ਹੈਗਾ, ਬੰਦੇ ਉਹੀ ਰਹਿਣ ਦੇਣੇ ਆ ਜੀ। ਜੇ ਆਪਾਂ ਬੰਦੇ ਦੀ ਥਾਂ ਤੇ ਵਿਵਸਥਾ ਹੀ ਬਦਲ ਦਿੱਤੀ, ਫਿਰ ਬੰਦੇ ਕੀ ਕਰਨਗੇ ਜੀ। ਇਸ ਕਰਕੇ ਉਹਨਾਂ ਦੀ ਜਿਹੜੀ ਸਕਰੀਅਤਾ ਸੀ ਸਿੱਧੂ ਸਾਹਿਬ ਦੀ ਜੀ, ਉਹ ਕਾਂਗਰਸ ਦੀ ਜਿਹੜੀ ਪੰਜਾਬ ਦੀ ਸਾਰੀ ਕਮਾਨ ਸੀ ਉਹਦੇ ਪਸੰਦ ਨਹੀਂ ਆਈ। ਹਾਂ, ਉਹਦੇ ਮਾਪਕ ਨਹੀਂ ਬੈਠਦੇ, ਉਹਨਾਂ ਦੇ ਮਾਪਕ ਨਹੀਂ ਸੀ ਬੈਠਦੇ ਜੀ। ਤੇ ਇਸ ਕਰਕੇ ਉਹਨਾਂ ਦੇ ਖਿਲਾਫ ਇੱਕ ਖਾਸ ਕਿਸਮ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ। ਬਿਆਨਬਾਜ਼ੀਆਂ, 4-4 5-5 ਮੰਤਰੀ, ਸੋਚੋ ਤੁਸੀਂ ਕਿ ਇੱਕ ਬੰਦੇ ਦੇ ਖਿਲਾਫ ਬਿਆਨਬਾਜ਼ੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਤੇ ਉਹਦਾ ਸਿੱਧਾ ਮੈਸੇਜ ਹੁੰਦਾ ਕਿ ਭਾਈ ਸਰਕਾਰ ਨਹੀਂ ਚਾਹੁੰਦੀ ਵੀ ਤੂੰ ਇਹ ਕੰਮ ਕਰੇ ਜੀ, ਆਪਣੇ ਘਰ ਬਹਿ ਜਾ ਜੀ। ਵਿੱਚ ਸਮਾਂ ਆਇਆ ਜਦੋਂ ਲੱਗਦਾ ਸੀ ਕਿ ਸਿੱਧੂ ਸਾਹਿਬ ਕਾਂਗਰਸ ਤੋਂ ਬਿਸਤਰਾ ਗੋਲ ਕਰ ਦੇਣਗੇ। ਉਹਨਾਂ ਦੀਆਂ ਆਮ ਆਦਮੀ ਪਾਰਟੀ ਨਾਲ ਮੀਟਿੰਗਸ ਦਾ ਵੀ ਵੇਰਵਾ ਆਉਂਦਾ, ਇਸ ਤਰ੍ਹਾਂ ਦੀ ਖਬਰਾਂ ਆਈਆਂ ਜੀ। ਲੇਕਿਨ ਗੱਲ ਇਹ ਹੈ ਕਿ ਸਿੱਧੂ ਸਾਹਿਬ ਇੱਕ ਗੱਲ ਨੂੰ ਸਮਝ ਲੈਣ ਕਿ ਉਹ ਇਸ ਕਰਕੇ ਨਹੀਂ ਮੰਨੇ ਜਾਂਦੇ ਕਿ ਉਹ ਸਿੱਧੂ ਹੈ ਜੀ। ਉਹਨਾਂ ਦੇ ਕੋਲ ਜਿਹੜੀ ਤਾਕਤ ਹੈ ਬੰਦਿਆਂ ਨੂੰ ਖਿੱਚਣ ਦੀ, ਭਾਸ਼ਣ ਦੇ ਕੇ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ, ਉਹ ਸਦਾ ਵਾਸਤੇ ਨਹੀਂ ਚੱਲਦੀ ਹੁੰਦੀ। ਮਤਲਬ ਕਹਿਣ ਦਾ ਕਿ ਸ਼ਬਦ ਜਾਲ ਜਿਹੜੇ ਵਿਛਾਣ ਦੇ ਮਾਹਰ ਨੇ, ਉਹ ਜਿਹੜੀ ਮੁਹਾਰਤ ਹੈ ਭਾਸ਼ਣ ਦੀ ਕਲਾ, ਉਹ ਅਟਰੈਕਟ ਕਰਦੀ ਹੈ। ਸਮਾਂ ਵੀ ਕੋਈ ਚੀਜ਼ ਹੁੰਦਾ ਨਾ। ਹਾਂ, ਬਿਲਕੁਲ। ਅੱਜ ਤੁਸੀਂ ਸਤੰਬਰ ਦੇ ਮਹੀਨੇ ਵਿੱਚ ਬਾਹਰ ਜਾ ਕੇ ਸੂਰਜ ਦੇ ਥੱਲੇ ਖੜੋਗੇ ਤਾਂ ਤੁਹਾਨੂੰ ਲੱਗੇਗਾ ਵੀ ਇਹ ਕੀ ਕਮਬਖਤ ਆ ਗਿਆ, ਲੇਕਿਨ ਜਨਵਰੀ ਦੇ ਵਿੱਚ ਤੁਸੀਂ ਇਸੇ ਸੂਰਜ ਨੂੰ ਲੱਭਦੇ ਬਾਹਰ ਜਾਓਗੇ। ਬਿਲਕੁਲ। ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਠੀਕ ਹੈ। ਜਦੋਂ ਜਿਹੜਾ ਬੰਦਾ ਸਮੇਂ ਦੇ ਹਿਸਾਬ ਨਾਲ ਗੱਲ ਕਰਦਾ, ਉਹਦੀ ਗੱਲ ਤੇ ਵਿੱਚ ਪ੍ਰਭਾਵ ਰਹਿੰਦਾ, ਵਜਨ ਰਹਿੰਦਾ। ਪਰ ਬੇਮੌਸਮੀ ਰਾਗ ਜਿਹੜੇ ਆ, ਕਹਿੰਦੇ ਵਕਤ ਕੁੰਜੀ ਲੂੰਬੜੀ ਗਾਵੇ ਆਲ ਪਤਾਲ। ਤੇ ਆਪਾਂ ਅੱਗੇ ਚੱਲੀਏ ਜੀ। ਹੋਰ ਅਗਲਾ ਜਿਹੜਾ ਉਹ ਕਿਸ ਪਾਰਟੀ ਦਾ ਹੁਣ ਆਪਾਂ ਵਿਸ਼ਲੇਸ਼ਣ ਕਰਨਾ ਪਸੰਦ ਕਰਾਂਗੇ ਜੀ? ਅਕਾਲੀ ਭਾਜਪਾ। ਹਾਂ, ਅਕਾਲੀ ਭਾਜਪਾ ਜੀ, ਬਿਲਕੁਲ ਜੀ, ਕਿਉਂਕਿ ਪ੍ਰਮੁੱਖ ਇੱਥੋਂ ਦੀ ਸੱਤਾਧਾਰੀ ਧਿਰ ਰਹੀ ਹੈ, ਤੇ ਉਹਦੇ ਕੀ ਸਮੀਕਰਨ ਬਣ ਰਿਹਾ ਜੀ? ਅਕਾਲੀ ਭਾਜਪਾ ਦੇ ਆਪਣੇ ਸਮੀਕਰਨ ਨਹੀਂ ਸਮਝ ਕਿਸੇ ਨੂੰ ਆ ਰਹੇ। ਭਾਜਪਾ ਦਾ ਉਹ ਹਾਲ ਹੈ
ਕਿ ਵਿਦਨ ਦਾ ਮੋਰਚਾ ਆਊਟਸਾਈਡ ਦਾ ਗਵਰਨਮੈਂਟ। ਅੱਛਾ। ਅਕਾਲੀਆਂ ਦੇ ਨਾਲ ਵੀ ਹੈ ਤੇ ਨਾਲ ਨਹੀਂ ਵੀ ਹੈ। ਨਾਲ ਨਹੀਂ ਵੀ ਹੈ। ਪਿਛਲੇ ਕਈ ਸਾਲਾਂ ਤੋਂ ਲਗਭਗ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖੋਗੇ ਰਿਜ਼ਲਟਸ ਆਉਣ ਤੋਂ ਬਾਅਦ ਲੋਕ ਸਭਾ ਇਲੈਕਸ਼ਨਾਂ ਨੂੰ ਵੀ ਦੇਖ ਲਓ ਤੁਸੀਂ ਹੋਏ ਹੈ, ਤੇ ਅਕਾਲੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਜੁਆਇੰਟਲੀ ਵੈਂਚਰ ਕਰਦੀ ਹੁੰਦੀ ਸੀ, ਪੋਲੀਟੀਕਲ ਵੈਂਚਰ, ਉਹ ਨਹੀਂ ਹੋ ਰਿਹਾ ਜੀ। ਅਕਾਲੀ ਅਗਰ ਧਰਨਾ ਦਿੰਦੇ ਤੇ ਭਾਜਪਾ ਵਾਲੇ ਸ਼ਾਮਲ ਨਹੀਂ ਹੁੰਦੇ, ਭਾਜਪਾ ਹੀ ਅਗਰ ਇਹੋ ਜਿਹਾ ਕੋਈ ਆਯੋਜਨ ਕਰਦੇ ਤੇ ਅਕਾਲੀ ਸ਼ਾਮਲ ਨਹੀਂ ਹੁੰਦੇ। ਉਹ ਇੱਦਾਂ ਦਾ ਲੱਗਦਾ ਹੈ ਕਿ ਬਸ ਦੋਨੇ ਇੱਕ ਦੂਜੇ ਨੂੰ ਆਪਣੇ ਆਪਣੇ ਤਰੀਕੇ ਨਾਲ ਮੈਸੇਜ ਦੇ ਰਹੇ ਹੈ, ਔਰ ਮੈਸੇਜ ਜਿਹੜਾ ਜਾ ਰਿਹਾ ਹੈ ਉਹ ਜਨਤਾ 'ਚ ਇਹ ਜਾ ਰਿਹਾ ਕਿ ਕਨਫਿਊਜ਼ਨ ਵਾਲੀ ਸਥਿਤੀ ਹੈ। ਇਸ ਦੌਰਾਨ ਜਿਹੜੇ ਇੱਕ ਬੜੇ ਦੇਰ ਤੋਂ ਰਾਜ ਸਭਾ ਮੈਂਬਰ ਸੀਗੇ ਸੁਖਦੇਵ ਸਿੰਘ ਢੀਂਡਸਾ ਜੀ, ਉਹ ਵੀ ਵੱਖਰੇ ਹੋ ਚੁੱਕੇ, ਆਪਣੀ ਪਾਰਟੀ ਬਣਾ ਚੁੱਕੇ, ਤੇ ਉਸ ਤੋਂ ਪਹਿਲਾਂ ਵੀ ਕਾਫੀ ਜਿਹੜੇ ਧੜੇ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਆ, ਤੇ ਇਹਨਾਂ ਨੂੰ ਤੁਸੀਂ ਕਿਸ ਢੰਗ ਨਾਲ ਦੇਖਦੇ ਆ, ਕਿੰਨਾ ਕੁ ਅਸਰ ਪਾਉਂਦਾ ਆ? ਸੁਖਦੇਵ ਸਿੰਘ ਢੀਂਡਸਾ ਸੀਨੀਅਰ ਲੀਡਰ ਤਾਂ ਹੈ ਜੀ, ਪੁਰਾਣੇ ਲੀਡਰ ਤਾਂ ਹੈ, ਪਰ ਉਹ ਆਪਣੇ ਸੰਗਰੂਰ ਸੀਟ ਤੋਂ ਕਿੰਨੀ ਵਾਰੀ ਜਿੱਤੇ ਤੇ ਕਿੰਨੀ ਵਾਰੀ ਹਾਰੇ ਹੈ, ਇਹ ਦੇਖ ਲਿਓ ਕਦੀ, ਤੁਹਾਨੂੰ ਪਤਾ ਲੱਗ ਜਾਏਗਾ ਕਿ ਪ੍ਰਭਾਵਸ਼ਾਲੀ ਲੀਡਰਸ਼ਿਪ ਕੀ ਹੁੰਦੀ ਹੈ ਜੀ। ਉਹ ਆਪ ਪਿਛਲੇ ਲਗਾਤਾਰ 3 ਇਲੈਕਸ਼ਨ ਤੋਂ ਹਾਰਦੇ ਆ ਰਹੇ ਹਨ, ਔਰ ਅਕਾਲੀ ਭਾਜਪਾ ਦੀ ਪੂਰੀ ਸਪੋਰਟ ਦੇ ਬਾਵਜੂਦ ਨਹੀਂ ਜਿੱਤ ਪਾਏ। ਤੇ ਪ੍ਰਭਾਵਸ਼ਾਲੀ ਲੀਡਰਸ਼ਿਪ ਤੁਹਾਨੂੰ ਕੀ ਲੱਗਦੀ ਹੈ ਕਿ ਸੰਭਾਵਤ ਕੀ ਹੈ? ਬਿਖਰਿਆ ਹੋਇਆ ਕੁਨਬਾ ਨਜ਼ਰ ਆ ਰਿਹਾ, ਅਲੱਗ-ਅਲੱਗ ਪੱਕਦੀਆਂ ਸਬਜ਼ੀਆਂ ਨਜ਼ਰ ਆ ਰਹੀਆਂ, ਸੰਗਠਿਤ ਨਹੀਂ ਹੈ। ਮਤਲਬ ਇੱਕ ਪਰਿਵਾਰ ਦੇ ਵਿੱਚ ਅਲੱਗ-ਅਲੱਗ ਪਤੀਲੇ ਚੜੇ ਹੋਏ ਆ। ਇੱਕ ਪਰਿਵਾਰ ਨਹੀਂ ਕਹਿ ਸਕਦੇ, ਸਿਆਸੀ ਪਰਿਵਾਰ ਹੈ ਨਾ ਜੀ, ਸਿਆਸੀ ਪਰਿਵਾਰ ਹੈ ਨਾ ਜੀ। ਸਿਆਸਤ ਦੇ ਉਹਦੀ ਦੇਖੋ, ਇੱਕ ਪਾਸੇ ਬਜ਼ੁਰਗ ਅਕਾਲੀ ਜਿਹੜੇ ਆ ਉਹ ਲੱਗੇ ਹੋਏ ਆ। ਢੀਂਡਸਾ ਸਾਹਿਬ ਹਾਲੇ ਆਪਣੀ ਅਨਾਉਂਸਮੈਂਟ ਕਰਨ ਤੋਂ ਬਾਅਦ ਉਹਨਾਂ ਨਾਲ ਪੂਰੇ ਤਾਲਮੇਲ ਕਰਕੇ ਕੁਝ ਤੈਅ ਨਹੀਂ ਕਰ ਪਾਏ। ਠੀਕ ਹੈ ਜੀ। ਬਾਦਲ ਵਿਰੋਧ ਦੇ ਨਾਂ ਤੇ ਤੁਸੀਂ ਲੋਕਾਂ ਨੂੰ ਇਕੱਠੇ ਕਰ ਲੋਗੇ ਜੀ, ਪਰ ਕੋਈ ਪ੍ਰੋਗਰਾਮ ਵੀ ਤਾਂ ਦੇਣਾ ਪਏਗਾ ਨਾ। ਹਾਂ ਬਿਲਕੁਲ। ਅੱਛਾ, ਇਹ ਵੀ ਨਹੀਂ ਸਪਸ਼ਟ ਕੀਤਾ ਕਿ ਕੀ ਅਗਰ ਅਕਾਲੀ ਭਾਜਪਾ ਜਿਹੜੇ ਬਾਦਲ ਵਾਲੀ ਅਕਾਲੀ ਦਲ ਹੈ, ਅਗਰ ਭਾਜਪਾ ਤੋਂ ਕਿਨਾਰਾ ਕਰਦੀ ਹੈ, ਤੇ ਕੀ ਇਹ ਜਿਹੜੇ ਪੁਰਾਣੇ ਅਕਾਲੀ ਹੈ ਟਕਸਾਲੀ, ਕੀ ਇਹ ਉਹਦਾ ਬਦਲ ਬਣਨਗੇ ਜਾਂ ਇਹ ਵੀ ਬਾਹਰ ਰਹਿਣਗੇ? ਠੀਕ ਹੈ ਜੀ, ਇਹ ਫੈਸਲਾ ਹਲੇ ਆਉਣ ਵਾਲੇ ਵਕਤ ਨੇ ਕਰਨਾ। ਢੀਂਡਸਾ ਸਾਹਿਬ ਨੂੰ ਭਾਜਪਾ ਲੈ ਜੇ ਕਿ ਜਾਂ ਢੀਂਡਸਾ ਸਾਹਿਬ ਆਮ ਆਦਮੀ ਪਾਰਟੀ ਨਾਲ ਅਟੈਚ ਹੋਣਗੇ, ਇਹ ਵੀ ਕੁਝ ਸਪਸ਼ਟ ਨਹੀਂ ਹੈ। ਇਹ ਹਲੇ ਆਉਣ ਵਾਲੇ ਸਮੇਂ 'ਚ ਫੈਸਲਾ ਹੋਏਗਾ। ਤੇ ਹੁਣ ਆਪਾਂ ਗੱਲ ਕਰ ਲਾਂ ਜੀ, ਲੁਧਿਆਣੇ ਦੇ ਬੜੇ ਚਰਚਿਤ ਨੇ ਦੋ ਭਰਾ, ਬੈਂਸ ਭਰਾ ਜਿਹਨਾਂ ਨੂੰ ਕਰਕੇ ਮਸ਼ਹੂਰ ਨੇ, ਤਾਂ ਮੈਂ ਸਮਝਦਾ ਉਹਨਾਂ ਦੀ ਆਪਣੀ ਵੀ ਪਾਰਟੀ ਹੈ ਤੇ ਉਹਨਾਂ ਦਾ ਗੱਠਜੋੜ ਵੀ ਆਮ ਆਦਮੀ ਪਾਰਟੀ ਨਾਲ ਪਹਿਲੇ ਹੋਇਆ ਸੀ, ਤੇ ਉਹਨਾਂ ਦਾ ਕੀ ਲੱਗਦਾ ਕਿ ਉਹ ਕਿਸ ਪਾਸੇ ਨੂੰ ਉਹਨਾਂ ਦਾ ਰੁਝਾਨ ਰਹਿੰਦਾ ਜਾਪਦਾ, ਜੋ ਕੀ ਖੇਡ ਰਹੇ ਨੇ? ਦੇਖੋ ਜੀ, ਐਗਰੈਸਿਵ ਪੋਲਿਟਿਕਸ ਦੇ ਵਿੱਚ ਉਹ ਨੰਬਰ 1 ਹੈ ਜੀ। ਉਹ ਪੂਰੇ ਜੋਸ਼ ਔਰ ਪੂਰੇ ਜਨੂਨ ਦੇ ਨਾਲ ਕੰਮ ਕਰਦੇ ਆ, ਜੋ ਵੀ ਕੰਮ ਕਰਦੇ ਆ, ਲੇਕਿਨ ਉਹ ਆਪਣਾ ਦਾਇਰਾ ਵਧਾ ਨਹੀਂ ਪਾ ਰਹੇ। ਅੱਛਾ। ਦੇਖੋ, ਕੱਲੇ ਲੁਧਿਆਣੇ ਵਿੱਚ ਤੁਸੀਂ ਰਹਿ ਕੇ ਕਿੰਨੀਆਂ ਕੁ ਸੀਟਾਂ ਤੇ ਪ੍ਰਭਾਵ ਪਾ ਸਕਦੇ ਹੋ? ਬਹੁਤ ਜ਼ਿਆਦਾ ਨਹੀਂ ਪਾ ਸਕਦੇ ਜੀ। ਅਗਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਹੈ ਤਾਂ ਮਾਝਾ, ਮਾਲਵਾ ਤੇ ਦੁਆਬਾ 3 ਹੀ ਸੈਗਮੈਂਟ ਹੈ। ਹਾਂ, ਠੀਕ ਹੈ, 3 ਸੈਗਮੈਂਟ ਪੂਰੇ ਚਾਹੀਦੇ, ਤਿੰਨਾਂ 'ਚ ਪ੍ਰਭਾਵ ਚਾਹੀਦਾ ਜੀ। ਹੁਣ ਤੁਸੀਂ ਦੇਖੋ ਕਿ ਬੈਂਸ ਬ੍ਰਦਰ ਜਿਹੜੇ ਹੈ, ਉਹਨਾਂ ਦੇ ਦੁਆਬੇ ਵਾਲੇ ਪਾਸੇ ਕੋਈ ਲੰਬਾ ਚੌੜਾ ਲਾਗਾ ਦੇਗਾ ਨਹੀਂ ਰਿਹਾ। ਹਾਂਜੀ। ਮਾਲਵੇ ਦੇ ਹੋਰ ਬਹੁਤ ਸਾਰੇ ਹਿੱਸੇ ਆ ਜਿੱਥੇ ਉਹਨਾਂ ਨੂੰ ਪਸੰਦ ਤੇ ਲੋਕੀ ਕਰਦੇ ਆ, ਪਰ ਉਹ ਅਪਰੋਚ ਹੀ ਨਹੀਂ ਕਰ ਪਾ ਰਹੇ। ਮਤਲਬ ਜਿਹੜੀ ਉਹ ਪਸੰਦਗੀ ਹੈ ਲੋਕਾਂ ਦੀ, ਉਹ ਵੋਟਾਂ ਦੇ ਰੂਪ 'ਚ ਕਨਵਰਟ ਹੋਣ ਦੇ ਜਿਹੜੇ ਉਹ ਸੰਭਾਵਨਾਵਾਂ ਜਿਹੜੀਆਂ ਉਹ ਹਾਲੇ ਨਜ਼ਰ ਨਹੀਂ ਆ ਰਹੀ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਤੁਸੀਂ, ਇੱਕ ਜਲੰਧਰ ਸਾਡੇ ਦੁਆਬੇ ਤੋਂ ਖੜੇ ਹੋਏ ਸੀ ਖਹਿਰਾ ਸਾਹਿਬ। ਹਾਂ, ਖਹਿਰਾ ਸਾਹਿਬ, ਸੁਖਪਾਲ ਸਿੰਘ ਖਹਿਰਾ ਜੀ, ਬਿਲਕੁਲ ਜੀ। ਸੁਖਪਾਲ ਸਿੰਘ ਖਹਿਰਾ ਦਾ ਅੱਜ ਕੱਲ੍ਹ ਪਤਾ ਨਹੀਂ ਲੱਗ ਰਿਹਾ ਕਿ ਆਊਟ ਹੈ ਕਿ ਇਨ। ਉਹ ਕਈ ਵਾਰ ਉਹ ਮੁੱਦੇ ਲੈ ਰਹੇ ਨੇ ਜਿਹੜੇ ਉਹ ਕਹਿੰਦੇ ਮੈਂ ਇਨਸਾਫ ਦਿਵਾਉਣ ਚੱਲਾ, ਜਿਹੜੇ ਕਿ ਖਾਸ ਤੌਰ 'ਤੇ ਸਮਝਿਆ ਜਾਂਦਾ ਸਾਡੇ ਗਰਮ ਖਿਆਲੀਆਂ ਨੂੰ ਥੋੜ੍ਹੇ ਜ਼ਿਆਦਾ ਸੂਟ ਕਰਦੇ, ਜਿਹੜੇ ਉਹਨਾਂ ਦੇ ਪਸੰਦੀਦਾ ਮੁੱਦੇ ਉਹਨਾਂ ਨੂੰ ਵੀ ਕਈ ਵਾਰੀ ਟੱਚ ਕਰਦੇ ਨੇ। ਗੱਲ ਇੱਦਾਂ ਹੈ ਕਿ ਸਿਆਸਤਦਾਨ ਸਿਆਸਤ ਦੇ ਵਿੱਚ ਸਫਲ ਹੋਣ ਲਈ ਹਰ ਹਰਬਾ ਇਸਤੇਮਾਲ ਕਰਦਾ ਹੁੰਦਾ ਜੀ। ਉਹਨੂੰ ਗਰਮ ਜਾਂ ਠੰਡੇ ਨਾਲ ਕੋਈ ਮਤਲਬ ਨਹੀਂ, ਉਹਨੂੰ ਇਹ ਮਤਲਬ ਹੈ ਕਿ ਮੇਰੇ ਪਿੱਛੇ ਕੋਈ ਲੱਗਦਾ, ਮੇਰੀ ਗੱਲ ਕੋਈ ਸੁਣਦਾ, ਪਰ ਮੈਨੂੰ ਲੱਗਦਾ ਨਹੀਂ ਕਿ ਖਹਿਰਾ ਸਾਹਿਬ ਕਿਤੇ ਬਹੁਤ ਜ਼ਿਆਦਾ ਇਫੈਕਟਡ ਹੋ ਸਕਣਗੇ ਇਸ ਸਿਨੈਰੀਓ ਦੇ ਵਿੱਚ। ਮੈਨੂੰ ਖਹਿਰਾ ਸਾਹਿਬ ਦਾ ਵੀ ਹਾਲੇ, ਕਿਉਂਕਿ ਬਿਖਰਿਆ ਹੋਇਆ ਨਾ ਸਾਰਾ ਕੁਝ, ਪਰ ਸ਼ੱਕ ਹੈ ਉਹਨਾਂ ਦੀ ਲੀਡਰਸ਼ਿਪ ਤੇ ਕੁਆਲਿਟੀ ਤੇ ਹਲੇ ਕੋਈ ਗੱਲ ਜਿਹੜੀ ਬਣਨੀ ਪਈ। ਤੁਸੀਂ ਦੇਖੋ ਕਿ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਕਦੀ ਵੀ ਇਦਾਂ ਦਾ ਨਹੀਂ ਰਿਹਾ ਕਿ ਠਰਮੇ ਨਾਲ ਗੱਲ ਕੀਤੀ ਜਾਵੇ ਜਾਂ ਠਰਮੇ ਨਾਲ ਸੋਚ ਕੇ ਸਿਆਸਤ ਕੀਤੀ ਜਾਵੇ। ਕਾਂਗਰਸ ਰਹੇ ਹੈ, ਕਾਂਗਰਸ ਵਿੱਚ ਵੀ ਵਿਰੋਧ ਦੇ ਸੁਰ ਉਹਨਾਂ ਦੇ ਕਦੀ ਮੱਧਮ ਨਹੀਂ ਰਹੇ ਜੀ। ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਗਏ ਹੈ ਤੇ ਪਹਿਲੇ ਦਿਨ ਤੋਂ ਕਲੇਸ਼ ਘਰ ਬਣ ਗਿਆ। ਬਿਲਕੁਲ, ਠੀਕ ਹੈ ਜੀ।
ਔਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਦ ਬਿਖਰਾਵ ਹੋਇਆ ਉਹਦੇ ਪਿੱਛੇ ਵੀ ਖੈਰਾ ਇੱਕ ਫੈਕਟਰ ਹੈ। ਤੇ ਹੁਣ ਅੱਜ ਆਪਾਂ ਆਮ ਆਦਮੀ ਪਾਰਟੀ ਤੇ ਆ ਜਾਈਏ ਜੀ। ਆਮ ਆਦਮੀ ਪਾਰਟੀ ਨੂੰ ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਇੱਕ ਬਦਲ ਵਜੋਂ, ਸੰਭਾਵੀ ਬਦਲ ਵਜੋਂ ਦੇਖ ਰਹੇ ਆ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਹੁਣ ਤੱਕ ਦਾ ਜੋ ਅਸਰ ਆ, ਭਗਵੰਤ ਮਾਨ ਉਹਨਾਂ ਦੇ ਇੱਥੋਂ ਦੇ ਪ੍ਰਧਾਨ ਨੇ ਪੰਜਾਬ ਦੇ, ਤੇ ਕੀ ਲੱਗਦਾ ਕਿਸ ਕਰਵਟ ਜਿਹੜੇ ਆ ਉਹ ਸਿਆਸਤ ਜਾ ਰਹੀ ਆ ਆਮ ਆਦਮੀ ਪਾਰਟੀ ਦੀ? ਨਾਮ ਬੜੇ ਔਰ ਦਰਸ਼ਨ ਛੋਟੇ। ਅੱਛਾ ਜੀ। ਆਮ ਆਦਮੀ ਪਾਰਟੀ ਦਾ ਜਿਹੜਾ ਫੇਸ ਹੈ ਉਹ ਅਰਵਿੰਦ ਕੇਜਰੀਵਾਲ ਹੈ। ਹਾਂ ਬਿਲਕੁਲ। ਉਹ ਤਾਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓਗੇ ਉਹ ਅਰਵਿੰਦ ਕੇਜਰੀਵਾਲ ਨੂੰ ਫੇਸ ਦਾ ਫਾਇਦਾ ਮਿਲ ਸਕਦਾ ਜੀ। ਲੇਕਿਨ ਜਿਹੜਾ ਇੱਥੇ ਜਿਨ੍ਹਾਂ ਨੇ ਕੰਮ ਕਰਨਾ ਹੈ ਜੀ, ਉਹਨਾਂ ਦਾ ਫੇਸ ਨਜ਼ਰ ਨਹੀਂ ਆ ਰਿਹਾ। ਉਹਨਾਂ ਦੀ ਐਕਟੀਵਿਟੀ ਜਿਹੜੀ ਹੈ ਉਹ ਸਿਆਸੀ ਐਕਟੀਵਿਟੀ ਨਜ਼ਰ ਹੀ ਨਹੀਂ ਆ ਰਹੀ ਕਿਸੇ ਕਿਸਮ ਦੀ। ਪਰ ਦੇਖੋ ਵੋਟਾਂ ਤੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਚਿਹਰੇ ਨੂੰ ਪਾਣੀਆਂ ਨੇ ਜੀ। ਤੇ ਹੋ ਸਕਦਾ ਅਰਵਿੰਦ ਕੇਜਰੀਵਾਲ ਖੁਦ ਆਪ ਵੀ ਅਗਲੇ ਸੀਐਮ ਇੱਥੋਂ ਦੇ ਬਣਨ ਦੇ ਚਾਹਵਾਨ ਹੋਣ, ਜਾਂ ਉਹ ਇੱਥੋਂ ਦੇ ਕਿਸੇ ਪੰਜਾਬੀ ਨੂੰ ਪ੍ਰਮੁੱਖਤਾ ਦੇਣਗੇ। ਇਹਦੇ ਤੇ ਤੁਹਾਨੂੰ ਕੀ ਲੱਗਦਾ? ਦੇਖੋ ਜੀ, ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਗੱਲ ਤੋਂ ਤਾਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਹਿੰਦੁਸਤਾਨ ਦੇ ਵਿੱਚ ਅਗਰ ਨਵੇਂ ਕਿਸਮ ਦੀ ਕੋਈ ਸਿਆਸਤ ਦਾ ਆਗਾਜ਼ ਕੀਤਾ ਹੈ, ਇੱਕ ਆਧੁਨਿਕ ਰਾਜਨੀਤੀ ਜਿਹਨੂੰ ਕਹਿੰਦੇ ਆ ਜੀ, ਤੇ ਉਹਦਾ ਕ੍ਰੀਏਟਰ ਤਾਂ ਅਰਵਿੰਦ ਕੇਜਰੀਵਾਲ ਹੈ ਜੀ। ਅਰਵਿੰਦ ਕੇਜਰੀਵਾਲ ਨੇ ਆਪਣੇ ਲੈਵਲ ਦੇ ਉੱਪਰ ਨਵੀਆਂ ਚੀਜ਼ਾਂ ਕੀਤੀਆਂ, ਨਵੇਂ ਪ੍ਰਯੋਗ ਕੀਤੇ ਔਰ ਉਹ ਪ੍ਰਯੋਗ ਕੁਝ ਹੱਦ ਤੱਕ ਸਫਲ ਵੀ ਹੋਏ ਆ। ਔਰ ਉਹ ਸਾਰਾ ਬੇਸ ਜਿਹੜਾ ਹੈ ਦਿੱਲੀ ਦੀ ਜੋ ਪਰਫਾਰਮੈਂਸ ਹੈ ਜੀ, ਉਹਦਾ ਟੋਕਰਾ ਅਗਰ ਪੰਜਾਬ 'ਚ ਚੱਕ ਕੇ ਲਿਆ ਕੇ ਠੀਕ ਤਰੀਕੇ ਨਾਲ ਵੰਡਿਆ ਗਿਆ ਜੀ ਤੇ ਕੰਮ ਬਣ ਸਕਦਾ ਜੀ। ਪਰ ਸਵਾਲ ਇਹ ਹੈ ਕਿ ਅੱਗੇ ਵਾਲੀ ਪ੍ਰੋਬਲਮ ਫਿਰ ਆਏਗੀ। ਦਿੱਲੀ ਵਾਲੇ ਆ ਕੇ ਪੰਜਾਬ ਨੂੰ ਕਮਾਂਡ ਨਹੀਂ ਕਰ ਸਕਦੇ ਜੀ, ਤੇ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਕਮਾਂਡ ਦੇਣੀ ਨਹੀਂ। ਹਾਂਜੀ ਹਾਂਜੀ। ਤੇ ਗੱਲ ਤਾਂ ਫਿਰ ਉੱਥੇ ਰਹਿ ਗਈ ਜੀ। ਅੱਛਾ, ਹੁਣ ਗੱਲ ਆ ਗਈ ਜੀ ਕੇਂਦਰੀ ਲੀਡਰਸ਼ਿਪਾਂ ਤੇ। ਪ੍ਰਮੁੱਖ ਜਿਹੜੇ ਚਿਹਰੇ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ, ਔਰ ਉਸ ਤੋਂ ਬਾਅਦ ਜਿਹੜੀ ਪ੍ਰਮੁੱਖ ਇੱਕ ਪਾਰਟੀ ਹੈ ਕਾਂਗਰਸ ਪਾਰਟੀ, ਜਿਹੜੀ ਇਸ ਵੇਲੇ ਸੱਤਾਧਾਰੀ ਹੈ, ਉਹਦੇ ਜਿਹੜੇ ਪ੍ਰਮੁੱਖ ਚਿਹਰੇ ਨੇ ਉਹ ਰਾਹੁਲ ਗਾਂਧੀ ਨੇ। ਤੇ ਇਹਨਾਂ ਨੂੰ ਤੁਸੀਂ, ਇਹਨਾਂ ਦੋਨਾਂ ਦੀ ਜਿਹੜੀ ਆ, ਇਹਨਾਂ ਨੂੰ ਰਾਹੁਲ ਗਾਂਧੀ ਜੀ ਨੂੰ ਕਿਵੇਂ ਦੇਖਦੇ ਆ? ਉਹ ਕਦੇ ਪੰਜਾਬ ਤੇ ਅਸਰਅੰਦਾਜ਼ ਹੋ ਸਕਦੇ ਆ? ਤੁਸੀਂ ਮੋਦੀ ਸਾਹਿਬ ਨੂੰ ਤਾਂ ਭੁੱਲ ਗਏ। ਨਹੀਂ, ਮੋਦੀ ਸਾਹਿਬ ਦੀ ਗੱਲ ਆਪਾਂ ਕਰ ਲਾਂਗੇ ਜੀ ਬਾਅਦ 'ਚ। ਨਹੀਂ, ਚਿਹਰਿਆਂ ਦੀ ਗੱਲ ਕਰਾਂਗੇ ਤੇ ਹਾਂਜੀ ਹਾਂਜੀ। ਨੈਸ਼ਨਲ ਲੈਵਲ ਦੇ ਤੇ ਬੀਜੇਪੀ ਦੇ ਕੋਲ ਮੋਦੀ ਬਹੁਤ ਵੱਡਾ ਫੇਸ ਹੈ ਜੀ। ਪੰਜਾਬ ਦੇ ਹਾਲਾਤ ਦੇ ਲਿਹਾਜ਼ ਨਾਲ ਭਾਜਪਾ ਜਿਹੜੀ ਹੈ ਉਹ ਜਿੰਨਾ ਮੋਦੀ ਦਾ ਨਾਮ ਵੱਡਾ ਹੈ ਉਨੀ ਜ਼ਿਆਦਾ ਐਕਟੀਵੇਸ਼ਨ ਨਹੀਂ ਹੈ ਜੀ। ਐਜ਼ ਲਾਈਕ ਆਮ ਆਦਮੀ ਪਾਰਟੀ ਔਰ ਭਾਜਪਾ ਦਾ ਲਗਭਗ ਇੱਕੋ ਜਿਹਾ ਹਾਲ ਹੈ ਪੰਜਾਬ ਦੇ ਵਿੱਚ। ਅੱਛਾ, ਉਦਾਂ ਦੇ ਲੀਡਰ ਤਕੜੇ ਆ, ਲੀਡਰ ਬਹੁਤ ਤਗੜੇ ਆ, ਫੇਸ ਬਹੁਤ ਤਗੜੇ ਆ, ਫੇਸ ਬੜੇ ਤਕੜੇ ਆ, ਪਰ ਐਕਟੀਵੇਸ਼ਨ ਜਿਹੜੀ ਹੈ ਉਹ 'ਚ ਪ੍ਰੋਬਲਮ ਹੈ ਜੀ। ਕਾਂਗਰਸ ਪਾਰਟੀ ਦਾ ਇਸ ਵੇਲੇ ਪਤਨ ਦਾ ਦੌਰ ਹੈ। ਦੇ ਪੰਜਾਬ ਦੇ ਆਧਾਰ ਤੇ ਕਾਫੀ ਮਜ਼ਬੂਤ ਹੈ। ਆਧਾਰ ਮਜ਼ਬੂਤ ਜਿਹੜਾ ਨਾ, ਉਹ ਜਿਹੜੀ 2017 'ਚ ਵੋਟ ਪਈ ਸੀ, ਠੀਕ ਹੈ ਨਾ, ਉਹਦਾ ਆਧਾਰ ਮਜ਼ਬੂਤ ਹੈ। ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਪੰਜਾਬ ਨੂੰ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਾਫੀ ਹੱਦ ਤੱਕ ਜਿੱਤਣ ਸਫਲ ਰਹੀ ਹੈ ਜੀ। ਲੇਕਿਨ ਲੋਕਾਂ 'ਚ ਬਹੁਤ ਗਹਿਰੀ ਨਿਰਾਸ਼ਾ ਹੈ। ਇਹ ਕਰੋਨਾ ਫੈਕਟਰ ਨੂੰ ਲੈ ਕੇ ਤੁਸੀਂ ਦੇਖ ਲਓ ਕਿ ਇੱਕ ਮਿਸ਼ਨ ਫਤਿਹ ਸ਼ਬਦ ਦੇ ਕੇ ਤੇ ਕੈਪਟਨ ਸਾਹਿਬ ਨੇ ਬੈਡਰੂਮ ਤੋਂ ਹੀ ਬਾਹਰ ਨਹੀਂ ਨਿਕਲੇ। ਕਾਹਦੀ ਫਤਿਹ ਕਰਨੀ ਹੈ? ਅੱਛਾ ਦੱਸੋ, ਜਿਹੜੀ ਕੇਂਦਰੀ ਲੀਡਰਸ਼ਿਪਾਂ ਦੀ ਗੱਲ ਕੀਤੀ, ਆਪਾਂ ਨਰਿੰਦਰ ਮੋਦੀ ਦੀ ਗੱਲ ਕਰ ਰਹੇ ਹਾਂ, ਰਾਹੁਲ ਗਾਂਧੀ ਦੀ ਗੱਲ ਕਰ ਰਹੇ ਹਾਂ, ਅਰਵਿੰਦ ਕੇਜਰੀਵਾਲ ਦੀ ਗੱਲ ਕਰ ਰਹੇ ਹਾਂ। ਤੁਹਾਨੂੰ ਕੀ ਲੱਗਦਾ ਜਿਹੜੀ ਕੇਂਦਰੀ ਲੀਡਰਸ਼ਿਪ ਆ ਪੰਜਾਬ ਦੇ ਵਿੱਚ, ਕਿਹੜੀ ਕੇਂਦਰੀ ਲੀਡਰਸ਼ਿਪ ਜਿਹੜੀ ਆ ਉਹ ਥੋੜ੍ਹੀ ਬਹੁਤੀ ਸਪੋਰਟ ਕਰ ਸਕਦੀ ਹੈ ਅਗਰ ਇੱਥੋਂ ਦਾ ਜਿਹੜਾ ਵਰਕਰ ਹੈ, ਇੱਥੋਂ ਦਾ ਕੇਡਰ ਜਿਹੜਾ ਮਜ਼ਬੂਤ ਹੁੰਦਾ? ਮੈਨੂੰ ਇਹ ਲੱਗਦਾ ਹੈ ਕਿ ਅਗਰ ਇਹ ਸਭ ਦੀ ਤੁਲਨਾ ਕੀਤੀ ਜਾਏ ਤੇ ਅਰਵਿੰਦ ਕੇਜਰੀਵਾਲ ਭਾਰੀ ਪੈਣਗੇ ਸਭ ਤੇ। ਅੱਛਾ, ਕਿਉਂਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਫੇਸ ਹੈ ਉਹ ਪੰਜਾਬੀਆਂ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ। ਤੁਸੀਂ ਦੇਖੋ, ਮੋਦੀ ਦੀ ਆਂਧੀ ਚੱਲੀ ਹੈ, ਪੂਰੇ ਦੇਸ਼ 'ਚ ਆਂਧੀ ਚੱਲੀ ਹੈ, ਪੰਜਾਬ ਦੇ ਵਿੱਚ ਕੀ ਹੋਇਆ? ਕੁਝ ਵੀ ਨਹੀਂ। ਉਹਨਾਂ ਦੀ ਜਿਹੜੀ ਸਪੋਰਟਿੰਗ ਪਾਰਟੀ ਸੀ, ਉਹਨਾਂ ਦੇ ਬਾਕੀ ਸਾਰੇ ਵਿਕਟ ਉਖੜ ਗਏ, ਸਿਰਫ 2 ਜਿੱਤੇ ਆ, ਮੀਆਂ ਬੀਵੀ, ਸੁਖਬੀਰ ਸਿੰਘ ਬਾਦਲ ਤੇ। ਪਰ ਜਦੋਂ ਆਪਾਂ ਨਰਿੰਦਰ ਮੋਦੀ ਦੀ ਗੱਲ ਕਰਦੇ, ਨਾਲ ਅਮਿਤ ਸ਼ਾਹ ਹੋਣਾ ਦੀ ਗੱਲ ਕਹਿੰਦੇ ਜੀ, ਉੱਥੋਂ ਦੇ ਚਣਕਿਆ ਕਹਿੰਦੇ ਉਹਨਾਂ ਨੂੰ, ਤੇ ਹਾਲੇ ਮੈਨੂੰ ਲੱਗਦਾ ਜਿਹੜੇ ਬੀਜੇਪੀ ਦੇ ਚੜਕਿਆ ਨੇ ਉਹਨਾਂ ਦਾ ਧਿਆਨ ਹਾਲੇ ਪੰਜਾਬ ਵੱਲ ਆਇਆ ਹੀ ਨਹੀਂ। ਦੇਖੋ ਜੀ, ਗੱਲ ਤੇ ਤੁਹਾਨੂੰ ਨਹੀਂ ਲੱਗਦਾ ਕਿ ਅਮਿਤ ਸ਼ਾਹ ਦੀ ਕੋਈ ਰਣਨੀਤੀ ਜਿਹੜੀ ਆ ਉਹ ਪੰਜਾਬ ਦੇ ਲਈ ਕੋਈ ਨਵਾਂ ਕੁਝ ਸੋਚ ਸਕਦੇ? ਹਾਲੇ ਤਾਂ ਕੁਝ ਨਵਾਂ ਨਜ਼ਰ ਨਹੀਂ ਨਾ ਆ ਰਿਹਾ। ਹਾਲੇ ਤੱਕ ਤਾਂ ਪੰਜਾਬ ਦਾ ਚਰਚਾ ਨਹੀਂ ਕੀਤਾ ਕਿਤੇ ਚੱਲ ਰਿਹਾ ਜੀ। ਦੇਖੋ, ਇੱਕ ਤਾਂ ਕਰੋਨਾ ਦਾ ਦੌਰ ਚੱਲਦਾ ਪਿਆ, ਇਸ ਦੌਰ ਦੇ ਸਭ ਦੀ ਭੂਤਨੀ ਕਮਾਈ ਹੋਈ ਹੈ। ਉੱਪਰੋਂ ਚਾਈਨਾ ਦੇ ਨਾਲ ਜਿਹੜੇ ਇਸ ਵੇਲੇ ਹਾਲਾਤ ਸਾਡੇ ਚੱਲਦੇ ਪਏ ਆ ਉਹ ਬੜੇ ਕ੍ਰਿਟੀਕਲ ਹੈ, ਠੀਕ ਹੈ ਨਾ। ਉਸ ਲਿਹਾਜ਼ ਨਾਲ ਪੰਜਾਬ ਬਹੁਤ ਛੋਟੀ ਸਟੇਟ ਹੈ ਉਹਨਾਂ ਲਈ,
2% ਪੋਪੂਲੇਸ਼ਨ ਵਾਲਾ ਸੂਬਾ ਹੈ। ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਜਿਹੜੀ ਖਿਚੜੀ ਆ ਉਹ ਢਕੀ ਹੀ ਰਿੱਝ ਰਹੀ ਆ ਸਭ ਦੀ, ਤੇ ਹਾਲੇ ਸਾਹਮਣੇ ਅਗਰ ਭਾਜਪਾ ਕੁਝ ਕਰ ਰਹੀ ਹੈ ਤਾਂ ਉਹ ਇੰਨੇ ਗੁਪਚੁਪ ਤਰੀਕੇ ਨਾਲ ਕਰ ਰਹੀ ਹੈ ਕਿ ਹਾਲੇ ਬਾਹਰ ਹਵਾ ਨਹੀਂ ਨਿਕਲਣ ਦੇ ਰਹੇ। ਲੇਕਿਨ ਇੱਕ ਗੱਲ ਸੁਣਨ 'ਚ ਆਈ ਸੀ ਕਿ ਭਾਜਪਾ ਅੰਤਿਮ ਸਮੇਂ ਤੇ ਇੱਕ ਐਸਾ ਕਾਰਡ ਵੀ ਕੱਢ ਸਕਦੀ ਹੈ ਜਿਸ ਕਾਰਡ ਨਾਲ ਪਾਸਾ ਪਲਟ ਸਕਦਾ ਹੈ। ਅੱਛਾ, ਦੇਖੋ ਫੇਸ ਦੀ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਦੇਖੋ ਉਹਨਾਂ ਨੇ ਇੱਕ ਨਵਾਂ ਪ੍ਰਯੋਗ ਕੀਤਾ ਜੀ, ਸੰਤਾਂ ਨੂੰ ਮਹੰਤਾਂ ਨੂੰ ਟਿਕਟਾਂ ਦੇਣ ਦੀ ਔਰ ਸੰਸਦ ਬਣਾਉਣ ਦੀ ਭਾਜਪਾ ਦੀ। ਹਾਂ, ਯੂਪੀ 'ਚ ਬੜਾ ਸਫਰ ਰਿਹਾ ਪ੍ਰਯੋਗ ਉਹਨਾਂ ਦਾ। ਉਹਨਾਂ ਨੇ ਪਹਿਲੀ ਵਾਰੀ ਇੱਕ ਸੰਤ ਨੂੰ ਚੀਫ ਮਿਨਿਸਟਰ ਬਣਾਇਆ ਜੀ। ਉਹਦੀ ਪਰਫਾਰਮੈਂਸ ਜਿਹੜੀ ਹੈ ਉਹ ਯੂਪੀ 'ਚ ਪਸੰਦ ਕੀਤੀ ਜਾ ਰਹੀ ਹੈ ਜੀ ਜੀ। ਖਾਸ ਤੌਰ ਤੇ ਯੂਪੀ ਅਪਰਾਧ ਦਾ ਘਰ ਸੀ ਜੀ, ਉਹਨੇ ਅਪਰਾਧੀ ਚੁਣ ਕੇ ਚੱਕ ਲਏ। ਲੋਕੀ ਸੁੱਖ ਦਾ ਸਾਹ ਲੈਂਦੇ ਆ ਜੀ। ਪੰਜਾਬ ਵਿੱਚ ਵੀ ਕੁਝ ਇਸ ਕਿਸਮ ਦਾ ਰਲਮਾ ਮਿਲਵਾ ਪ੍ਰਯੋਗ ਜਿਹੜਾ ਹੈ ਉਹ ਹੋ ਸਕਦਾ ਹੈ। ਕੋਈ ਬਹੁਤ ਵੱਡੀ ਗੱਲ ਨਹੀਂ ਕਿ ਕੋਈ ਇੱਥੇ ਵੀ ਸੰਤ ਜਿਹੜਾ ਹੈ ਇਹੋ ਜਿਹਾ ਨਿਰਵਿਵਾਦ ਸੰਤ ਜਿਨ੍ਹਾਂ ਦੇ ਨਾਂ ਤੇ ਕੋਈ ਦਾਗ ਨਾ ਹੋਵੇ। ਮਤਲਬ ਤੁਸੀਂ ਸਮਝਦੇ ਜਿਵੇਂ ਫਕੀਰੀ ਦੀ ਆਪਾਂ ਗੱਲ ਕਰੀਏ, ਕੋਈ ਫਕੀਰ ਜਿਹੜਾ ਕੋਈ ਬਹੁਤਾ ਲੈਣਾ ਦੇਣਾ ਨਾ ਪਿੱਛੇ ਹੋਵੇ, ਪਿਛੋਕੜ ਦਾ ਇਹ ਨਾ ਫਿਕਰ ਹੋਵੇ ਕਿ ਮੈਂ ਆਪਣਾ ਟੱਬਰ, ਔਰ ਜਿਨ੍ਹਾਂ ਦੀ ਛਵੀ ਪੂਰੀ ਦੁਨੀਆ 'ਚ ਹੋਵੇ ਜੀ ਜੀ, ਉਹ ਵੀ ਪਤਾ ਜਿਹੜਾ ਹੈ ਉਹ ਖੇਡਿਆ ਜਾ ਸਕਦਾ ਹੈ। ਜੇ ਉਹ ਪਤਾ ਖੇਡਿਆਗਾ ਤਾਂ ਸ਼ਾਇਦ ਭਾਜਪਾ ਵਾਲੇ ਆਪਣੇ ਤੌਰ ਤਰੀਕਿਆਂ ਦੇ ਹਿਸਾਬ ਨਾਲ, ਕਿਉਂਕਿ ਇਹਨਾਂ ਦੀ ਇੱਕ ਖਾਸੀਅਤ ਹੈ ਨਾ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਸਾਰਾ ਉਹ ਉਹਨਾਂ ਕੀ ਬਾਹਰ ਆਉਂਦਾ ਜਿੰਨਾ ਹੀ ਚਾਹੁੰਦੇ ਆ ਜੀ ਜੀ। ਬਾਕੀ ਜਿਹੜੀਆਂ ਪਾਰਟੀਆਂ ਹੈ ਉਹ ਹਲੇ ਪ੍ਰੋਗਰਾਮ ਸ਼ੁਰੂ ਬਾਅਦ 'ਚ ਕਰਦੀਆਂ, ਵੇਰਵੇ ਪਹਿਲਾਂ ਦੇਣ ਲੱਗ ਜਾਂਦੀਆਂ ਔਰ ਉਹ ਵੇਰਵੇ ਬਾਹਰ ਆਉਣ ਕਰਕੇ ਨੁਕਸਾਨ ਹੋ ਜਾਂਦਾ ਜੀ, ਕਈ ਚੀਜ਼ਾਂ ਤਾਰ-ਪੀੜ ਹੋ ਜਾਂਦੀਆਂ। ਲੇਕਿਨ ਭਾਜਪਾ ਦੀ ਕੀ ਹੈ ਕਿ ਸਟ੍ਰੈਟਜੀ ਜਿਹੜੀ ਹੈ ਉਹ ਬਣਾਉਣ ਵਾਲੇ ਲੋਕ ਸਿਆਸਤਦਾਨ ਸਿੱਧੇ ਨਹੀਂ ਹੈ, ਉਹ ਆਪਣਾ ਸਿਰਫ ਸਟ੍ਰੈਟਜੀ ਬਣਾਉਣ ਦਾ ਕੰਮ ਕਰਦੇ ਆ। ਔਰ ਜਿਹੜੇ ਸਿਆਸਤ ਕਰਦੇ ਆ ਉਹਨਾਂ ਨੂੰ ਜਦ ਤੱਕ ਆਦੇਸ਼ ਨਹੀਂ ਆਉਂਦਾ ਤਦ ਤੱਕ ਉਹ ਬੈਠੇ ਵੇਲੇ। ਮੈਂ ਤੁਸੀਂ ਕਹਿਣਾ ਚਾਹੁੰਦੇ ਕਿ ਭਾਜਪਾ ਦੀ ਜਿਹੜੀ ਸਿਆਸਤ ਹੈ ਉਹ ਗਹਿਰੀਆਂ ਜੜ੍ਹਾਂ ਵਾਲੀ ਗਹਿਰੀ ਸਿਆਸਤ ਹੈ ਔਰ ਉਸੇ ਢੰਗ ਨਾਲ ਉਹ ਇੱਕ ਸਿਸਟਮ ਬਣਿਆ ਹੋਇਆ ਬਕਾਇਦਾ ਜਿਹਦੇ ਇਹਨਾਂ ਦੇ ਪਿੱਛੇ ਆਰਐਸਐਸ ਦਾ ਬੇਸ ਹੈ ਔਰ ਆਰਐਸਐਸ ਇੱਕ ਬਹੁਤ ਸੰਗਠਿਤ ਔਰ ਅਨੁਸ਼ਾਸਿਤ ਸੰਸਥਾ ਹੈ। ਉਹਨਾਂ ਦੇ ਵਿੱਚੋਂ ਕਦੀ ਤੁਹਾਨੂੰ ਖਬਰ ਬਾਹਰ ਨਹੀਂ ਆਏਗੀ ਇੱਦਾਂ ਦੀ। ਆਰਐਸਐਸ ਦਾ ਇੱਕ ਆਪਣਾ ਨਿਜ਼ਾਮ ਹੈ, ਇੱਕ ਆਪਣਾ ਕੰਮ ਕਰਨ ਦਾ ਸਟਾਈਲ ਹੈ ਜੀ। ਉਹਨਾਂ ਦੀ ਆਲੋਚਨਾ ਹੁੰਦੀ ਰਹਿੰਦੀ ਹੈ, ਉਹਨਾਂ ਦੀ ਪ੍ਰਸ਼ੰਸਾ ਹੋਵੇ, ਉਹ ਲੋਕ ਇਸ ਤੋਂ ਵਿਚਲਿਤ ਨਹੀਂ ਹੁੰਦੇ, ਉਹ ਆਪਣਾ ਕੰਮ ਕਰੀ ਜਾਂਦੇ ਆ ਜੀ। ਔਰ ਬੀਜੇਪੀ ਦਾ ਆਧਾਰ ਆਰਐਸਐਸ ਹੈ ਔਰ ਅਗਰ ਪੰਜਾਬ ਦੇ ਵਿੱਚ ਕੋਈ ਵੱਡਾ ਖੇਲ ਹੋਏਗਾ ਤੇ ਉਹਦਾ ਪਤਾ ਆਉਣ ਵਾਲੇ ਸਮੇਂ 'ਚ ਹਾਲੇ ਨਹੀਂ ਲੱਗੇਗਾ। ਇਲੈਕਸ਼ਨ ਤੋਂ 5 ਜਾਂ 6 ਮਹੀਨੇ ਪਹਿਲਾਂ ਉਹ ਪਤਾ ਖੁੱਲੇਗਾ ਔਰ ਉਹਦਾ ਫਿਰ ਟੈਸਟ ਹੋਏਗਾ ਤੇ ਉਹ ਤੇ ਫਿਰ ਫਾਇਰ ਹੋਏਗਾ ਜੀ। ਕਹਿਣ ਦਾ ਭਾਵ ਇਹ ਹੈ ਜੀ ਕਿ ਹਾਲੇ ਤੱਕ ਤਾਂ ਸਥਿਤੀ ਸਪਸ਼ਟ ਨਹੀਂ ਹੈ ਕੁਝ ਵੀ। ਹਾਂ ਬਿਲਕੁਲ, ਪੰਜਾਬ ਦੇ ਵਿੱਚ ਲਗਭਗ ਸਾਰੇ ਡਿੱਕੇ ਡੋਲੇ ਖਾਂਦੇ ਪਏ ਜੀ। ਤੋ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀਆਂ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਇਹਨੇ ਫੈਸਲਾ ਕਰਨਾ ਆ। ਔਰ ਚੀਨ ਦੇ ਸਰਹੱਦ ਉੱਤੇ ਕੀ ਭਾਣਾ ਵਾਪਰਦਾ, ਅਗਰ ਉੱਥੇ ਜੰਗ ਤੋਂ ਬਚਾਅ ਹੁੰਦਾ ਆ ਜਾਂ ਨਹੀਂ ਹੋ ਪਾਉਂਦਾ। ਤੀਜੀ ਸੰਸਾਰ ਜੰਗ ਦੇ ਜਿਹੜੇ ਆ ਉਹਦੇ ਬੱਦਲ ਮੰਡਰਾ ਰਹੇ ਨੇ ਤੇ ਉਹਨਾਂ ਨੇ ਵੀ ਹਾਲਾਤਾਂ ਨੂੰ ਜਿਹੜਾ ਉਹ ਬਦਲਣਾ ਆ। ਤੇ ਇਸ ਕਰਕੇ ਹਾਲੇ ਇਹ ਸਵਾਲ ਦਾ ਜਵਾਬ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਵਾਗਡੋਰ ਕਿਸ ਦੇ ਹੱਥ ਰਹੇਗੀ, 2002 ਦਾ ਮੈਦਾਨ ਕੌਣ ਜਿੱਤੇਗਾ, ਇਹ ਹਾਲੇ ਜਿਹੜਾ ਸਵਾਲ ਆ ਇਹ ਹਰੇ ਲੰਬੀ ਦੂਰ ਦੀ ਕੌਡੀ ਨੂੰ ਕਿਹਾ ਜਾ ਸਕਦਾ। ਤੇ ਇਹ ਸਵਾਲ ਜਦ ਤੱਕ ਇਸ ਸਵਾਲ ਦਾ ਸਾਨੂੰ ਹੱਲ ਨਹੀਂ ਮਿਲਦਾ ਤੇ ਅਗਲਾ ਜਦ ਤੱਕ ਨਵੇਂ ਸਰਕਮਸਟੈਂਸ ਨਹੀਂ ਬਣਦੇ ਉਦੋਂ ਤੱਕ ਲਈ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ।